ਤੁਹਾਨੂੰ ਕੋਈ ਰੁਜ਼ਗਾਰ ਦਵਾਉਂਦੇ ਅਸੀਂ ਲਿਜਾ ਕੇ ਉਹਨਾਂ ਨੇ ਗਾਂ ਰਾਜਸਥਾਨ ਵੇਚਤਾ ਹੈ। ਉਹਨਾਂ ਨਾਲ ਸਾਡੀ ਗੱਲਬਾਤ ਫੋਨ ਤੇ ਹੋਈ ਵੀ ਆ। ਉਹ ਰੁਪਈਆ 3 ਲੱਖ ਮੰਗਦੇ। ਮੈਂ ਦੱਸੋ ਦਿਹਾੜੀਦਾਰ ਬੰਦਾ, 300 ਰੁਪਈਆ ਦਿਹਾੜੀ ਹੈ ਮੇਰੀ, 3 ਲੱਖ ਰੁਪਈਆ ਮੈਂ ਕਿੱਥੋਂ ਉਹਨਾਂ ਨੂੰ ਦੇ ਦਾਂ? ਸਾਨੂੰ ਕਹਿੰਦੇ ਸੀ ਵੀ ਅਸੀਂ ਆਉਣ ਨੂੰ ਤਿਆਰ ਹਾਂ ਇੱਥੇ, ਸਾਨੂੰ ਇੱਥੇ ਮਜਬੂਰ ਕੀਤਾ ਜਾਂਦਾ ਹੈ। ਡਰਾਵੇ ਨਿੱਤ ਪਾਉਂਦੇ ਨਵੇਂ ਤੋਂ ਨਵੇਂ। ਤੁਹਾਡੀ ਕੋਈ ਸਾਰ ਲਈ ਗਈ ਹੈ ਜਾਂ ਤੁਸੀਂ ਕੰਪਲੇਂਟ ਕਰ ਰਹੇ ਤੇ ਕੰਪਲੇਂਟ ਬਸ ਉੱਥੇ ਇੱਕ ਮਹਿਜ ਕਾਗਜ਼ ਬਣ ਕੇ ਰਹਿ ਗਈ? ਉਹ ਤਾਂ ਕਾਗਜ਼ੀ ਬਣ ਕੇ ਰਹਿ ਗਿਆ ਜੀ। ਉਹਨਾਂ ਨੇ ਕੋਈ ਨਹੀਂ ਸਾਡੇ ਨਾਲ ਆਉਣੀ ਜਾਣੀ ਕੀਤੀ। ਉੱਥੋਂ ਦਾ ਜਿਹੜਾ ਬੰਦਾ ਹੈ ਮਨੋਜ ਕੁਮਾਰ ਪੰਡਤ ਜੀ ਆ, ਉਹ ਮੈਂ ਸੁਣਿਆ ਵੀ ਉਹ ਚੇਅਰਮੈਨ ਵੀ ਆ ਉੱਥੋਂ। ਜਿਹੜੀ ਉਹਨੇ ਦੁਕਾਨਦਾਰੀ ਆ ਉਹ ਡੀਡਵਾਨੇ ਬਣਾਈ ਵੀ ਆ। ਉਧਰਲੀਆਂ ਬੁੜੀਆਂ ਇੱਧਰ ਵੇਚ ਦਿੰਦੇ ਆ, ਇੱਧਰਲੀਆਂ ਉੱਧਰ ਵੇਚਦੇ ਆ। ਆਹ ਕੰਮ ਆ ਉਹਨਾਂ। R19 ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਸਿੰਘ। ਪੰਜਾਬ ਦੇ ਵਿੱਚ ਅਕਸਰ ਕੁਝ ਸਮੇਂ ਬਾਅਦ ਐਸੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਹੜੇ ਸਮਾਜ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਨਵਾਂ ਕ੍ਰਾਈਮ ਆ ਉਹ ਲੈ ਕੇ ਆ ਰਹੇ ਨੇ। ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਅਗਵਾਕਾਰੀ ਦੇ ਮਾਮਲੇ, ਤਾਂ ਅੱਜ ਸਾਡੇ ਨਾਲ ਤੀਰਥ ਸਿੰਘ ਨੇ। ਤਾਂ ਇਹਨਾਂ ਦਾ ਪਿੰਡ ਹੈ ਪਤਲੀ, ਜ਼ਿਲ੍ਹਾ ਫਿਰੋਜ਼ਪੁਰ ਹੈ। ਤਾਂ ਇਹਨਾਂ ਦੀ ਪਤਨੀ ਨੂੰ ਲਗਭਗ 8 ਮਹੀਨੇ ਪਹਿਲਾਂ ਅਗਵਾ ਕਰ ਲਿਆ ਜਾਂਦਾ ਹੈ ਘਰ ਤੋਂ, ਇਹ ਕਹਿ ਕੇ ਕਿ ਤੁਹਾਨੂੰ ਅਸੀਂ ਰੁਜ਼ਗਾਰ ਦਿਵਾਉਣ ਦੇ ਲਈ ਲੈ ਕੇ ਜਾ ਰਹੇ ਹਾਂ। ਤੇ ਪਰ ਹੁੰਦਾ ਕੀ 8 ਮਹੀਨੇ ਦੇ ਬਾਅਦ ਪਰਿਵਾਰ ਤੋਂ ਪੈਸੇ ਮੰਗੇ ਜਾਂਦੇ ਨੇ, ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ, ਉਹ ਵੀ 3 ਲੱਖ ਰੁਪਏ ਦੀ, ਜੋ ਕਿ ਇੱਕ ਮਜ਼ਦੂਰ ਪਰਿਵਾਰ ਹੈ, ਬਹੁਤ ਗਰੀਬ ਪਰਿਵਾਰ ਹੈ। ਤੁਸੀਂ ਦੇਖ ਹੀ ਰਹੇ ਹੋਗੇ ਪਿੱਛੇ ਘਰ। ਤਾਂ ਇੰਨੇ ਪੈਸੇ ਕਿੱਥੋਂ ਦੇਵੇ ਉਹ? ਤਾਂ ਕੀ ਹੈ ਮਸਲਾ ਵੀ ਕੀ ਹੈ? 8 ਮਹੀਨੇ ਪ੍ਰਸ਼ਾਸਨ ਵੀ ਕੋਈ ਸਾਰ ਨਹੀਂ ਲੈਂਦਾ। ਤਾਂ ਪੂਰਾ ਮਸਲਾ ਆਪਾਂ ਜਾਣਾਂਗੇ। ਤੀਰਥ ਸਿੰਘ ਸਾਡੇ ਨਾਲ ਨੇ ਜੀ। ਸਭ ਤੋਂ ਪਹਿਲਾਂ ਕਿੰਨੇ ਸਮੇਂ ਦੀ ਇਹ ਘਟਨਾ? 8 ਮਹੀਨੇ ਹੋ ਗਏ ਤੁਹਾਨੂੰ ਕੰਪਲੇਂਟ ਕੀਤੇ ਨੂੰ, ਉਸ ਤੋਂ ਪਹਿਲਾਂ ਅਗਵਾ ਕੀਤਾ ਗਿਆ ਸੀ? ਕੀ ਮਸਲਾ ਪੂਰਾ ਕੀ ਇੱਕ ਵਾਰੀ ਉਹ ਜ਼ਰੂਰ ਦੱਸਿਓ। ਹਾਂਜੀ, ਉਦੋਂ 1 ਮਹੀਨਾ ਪਹਿਲਾਂ ਅਗਵਾ ਕੀਤਾ ਗਿਆ ਉਹਨਾਂ ਨੂੰ ਇੱਥੋਂ। ਉਹ ਇਸੇ ਕਰਕੇ ਭੇਜਲ ਕੇ ਲਗਾਏ ਜੀ ਉਹਨੂੰ ਵੀ ਤੁਹਾਨੂੰ ਕੋਈ ਰੁਜ਼ਗਾਰ ਦਵਾਉਂਦੇ ਅਸੀਂ। ਲਿਜਾ ਕੇ ਉਹਨਾਂ ਨੇ ਗਾਂ ਰਾਜਸਥਾਨ ਵੇਚਤਾ ਹੈ। ਉਹਨਾਂ ਨਾਲ ਸਾਡੀ ਗੱਲਬਾਤ ਫੋਨ ਤੇ ਹੋਈ ਵੀ ਆ। ਉਹ ਰੁਪਈਆ 3 ਲੱਖ ਮੰਗਦੇ। ਮੈਂ ਦੱਸੋ ਦਿਹਾੜੀਦਾਰ ਬੰਦਾ, 300 ਰੁਪਈਆ ਦਿਹਾੜੀ ਹੈ ਮੇਰੀ, 3 ਲੱਖ ਰੁਪਈਆ ਮੈਂ ਕਿੱਥੋਂ ਉਹਨਾਂ ਨੂੰ ਦੇ ਦਿਆਂ? ਜਿਨ੍ਹਾਂ ਨੇ ਅਗਵਾ ਕੀਤਾ ਉਹ ਬੰਦੇ ਤੁਹਾਡੇ ਕੋਈ ਜਾਣਕਾਰ ਸੀ? ਮਾੜੀ ਮੋਟੀ ਜਾਣ ਪਛਾਣ ਪਹਿਲਾਂ ਸੀ ਜਾਂ ਫਿਰ ਇੱਥੇ ਉਹ ਵੀ ਮਜ਼ਦੂਰੀ ਕਰਨ ਆਏ ਸੀ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿਰਾਏ ਤੇ ਰਹਿੰਦੇ ਸੀਗੇ, ਪਹਿਲਾਂ ਗੱਲ ਹੋ ਰਹੀ ਸੀ। ਰਹਿੰਦੇ ਸੀ ਉਹ ਪਹਿਲਾਂ, ਇੱਥੇ ਮਜ਼ਦੂਰੀ ਕਰਨ ਆਏ ਸੀਗੇ। ਇੱਥੇ ਮਾੜੀ ਮੋਟ ਆਉਣੀ ਜਾਣੀ ਬਣ ਗਈ ਉਹਨਾਂ ਦੀ ਬੁੜੀਆਂ ਦੀ ਆਪਸ ਨੇ। ਭੇਜਲ ਕੇ ਇੱਥੋਂ ਲੈ ਗਏ ਕਿ ਮੁੜ ਕੇ ਨਹੀਂ, ਉਹ ਤੋਂ ਬਾਅਦ ਸਾਨੂੰ ਦਿੱਤਾ ਉਹਨਾਂ ਨੇ। ਕਿਉਂਕਿ ਅਕਸਰ ਹੁੰਦਾ ਕਿ ਮਜ਼ਦੂਰ ਪਰਿਵਾਰ ਬਾਹਰ ਜਾਂਦੇ ਆ ਅਕਸਰ ਹੀ, ਜਾਂ ਕਿਤੇ ਰਾਜਸਥਾਨ ਜਾਂ ਕਿਤੇ ਹੋਰ, ਜਾਂ ਉਧਰੋਂ ਵੀ ਮਜ਼ਦੂਰ ਪੰਜਾਬ ਦੇ ਵਿੱਚ ਆਉਂਦੇ ਆ ਜਦੋਂ ਸੀਜ਼ਨ ਹੁੰਦੇ ਆ। ਉਸੇ ਸਿਲਸਿਲੇ 'ਚ ਪਹਿਲਾਂ ਵੀ ਬਾਹਰ ਜਾਂਦੇ ਰਹਿੰਦੇ ਸੀਗੇ? ਨਹੀਂ, ਪਹਿਲਾਂ ਨਹੀਂ ਗਏ ਕਦੇ ਵੀ। ਫਿਰ ਤੁਸੀਂ ਇਤਬਾਰ ਕਿਵੇਂ ਕਰ ਲਿਆ ਕਿ ਉਹਨਾਂ ਦੀਆਂ ਜਿਹੜੀਆਂ ਮਹਿਲਾਵਾਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਆ ਜਾ ਰਹੀਆਂ ਸੀ? ਉਹ ਆਉਂਦੇ ਸੀ ਜੀ ਇੱਥੇ, ਉਹ ਇੱਥੇ ਆਉਂਦੇ ਸੀ ਸਾਡੇ ਕੋਲੇ। ਇਹ ਤਾਂ ਕਰਕੇ ਤਵਾਰ ਹੋ ਗਿਆ ਸਾਡਾ ਉਹਨਾਂ 'ਤੇ। ਨਹੀਂ ਤਵਾਰ ਵੀ ਅਸੀਂ ਕਾਹਦਾ ਕਰਨਾ ਸੀ? ਇਸ ਗੱਲ ਦਾ ਪਤਾ ਹੁੰਦਾ ਵੀ ਸਾਡੇ ਨਾਲ ਘਟਨਾ ਵਾਪਰੂਗੀ। ਤੁਹਾਡੀ ਕੋਈ ਗੱਲਬਾਤ ਹੋਈ ਹੈ ਤੁਹਾਡੀ ਪਤਨੀ ਨਾਲ ਘਟਨਾ ਤੋਂ ਬਾਅਦ ਕੋਈ? ਹਾਂਜੀ, ਹੋਈ ਵੀ ਆ। ਕੀ ਕਹਿੰਦੇ ਸੀ ਉਹ? ਕੀ ਕਹਿੰਦੇ ਵੀ ਛਡਵਾ ਲਓ ਮੈਨੂੰ ਜਾਂ ਕੀ? ਹਾਂਜੀ, ਉਹ ਤਾਂ ਸਾਨੂੰ ਕਹਿੰਦੇ ਸੀ ਵੀ ਅਸੀਂ ਆਉਣ ਨੂੰ ਤਿਆਰ ਹਾਂ ਇੱਥੇ, ਸਾਨੂੰ ਇੱਥੇ ਮਜਬੂਰ ਕੀਤਾ ਜਾਂਦਾ ਹੈ। ਡਰਾਵੇ ਨਿੱਤ ਪਾਉਂਦੇ ਨਵੇਂ ਤੋਂ ਨਵੇਂ। ਕਦੇ ਸਾਡੇ ਮਗਰ ਪੈਟਰੋਲ ਲੈ ਕੇ ਭਜਦੇ ਆ, ਕਦੇ ਤਿਆਬ ਲੈ ਕੇ ਭਜਦੇ ਆ। ਜੇ ਡਰਾਵੇ ਪਾ ਕੇ ਰੱਖੀ ਬੈਠੇ ਉੱਤੇ ਉਹਨੂੰ, ਉਹ ਆਉਣ ਨੂੰ ਤਿਆਰ ਆ। ਵੈਸੇ ਤੁਹਾਡੇ ਹੱਥ ਵਿੱਚ ਕੰਪਲੇਂਟ ਹੈ ਤੇ ਕਿੰਨੀ ਤਰੀਕ ਦੀ ਇਹ ਹੈ ਤੁਸੀਂ ਦੱਸਿਆ ਸੀਗਾ? ਤਾਂ ਜੀ, ਤਾਂ ਇਹ ਬਕਾਇਦਾ ਤੁਸੀਂ ਜਿਹੜੀ ਫਿਰੋਜ਼ਪੁਰ ਸਦਰ ਥਾਣੇ ਤੁਸੀਂ ਸ਼ਿਕਾਇਤ ਕੀਤੀ ਸੀ? ਇਹ ਨਹੀਂ, ਤਲਵੰਡੀ ਭਾਈ ਥਾਣਾ ਤੁਹਾਨੂੰ ਪੈਂਦਾ। ਠੀਕ ਹੈ ਜੀ, SHO। ਤਾਂ ਜੀ ਇਹਨਾਂ ਦੇ ਵੱਲੋਂ ਕੋਈ ਤੁਹਾਨੂੰ ਭਰੋਸਾ, ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਕਦੇ ਤੁਹਾਡੇ ਨਾਲ ਤਾਲਮੇਲ ਕਰਕੇ ਕੀਤੀ ਗਈ ਹੈ ਜਾਂ ਤੁਹਾਡੀ ਕੋਈ ਸਾਰ ਲਈ ਗਈ ਹੈ, ਜਾਂ ਤੁਸੀਂ ਕੰਪਲੇਂਟ ਕਰ ਰਹੇ ਤੇ ਕੰਪਲੇਂਟ ਬਸ ਉੱਥੇ ਇੱਕ ਮਹਿਜ ਕਾਗਜ਼ ਬਣ ਕੇ ਰਹਿ ਗਈ? ਉਹ ਤਾਂ ਕਾਗਜ਼ੀ ਬਣ ਕੇ ਰਹਿ ਗਿਆ ਜੀ। ਉਹਨਾਂ ਨੇ ਕੋਈ ਨਹੀਂ ਸਾਡੇ ਨਾਲ ਆਉਣੀ ਜਾਣੀ ਕੀਤੀ। ਉਹਨਾਂ ਨੇ ਸਾਡੀ ਕੋਈ ਗੱਲ ਵੀ ਨਹੀਂ ਸੁਣੀ ਉੱਥੇ। ਵੱਡੋ ਵੱਡੀ ਮੁਲਾਜ਼ਮਾਂ ਦਾ ਕੰਮ ਹੁੰਦਾ ਪੈਸੇ ਭਾਲਦੇ। ਹੁਣ ਗਰੀਬ ਆਦਮੀ, ਦਿਹਾੜੀਦਾਰ ਬੰਦਾ ਕਿੱਥੋਂ ਪੈਸੇ ਦੇ ਦੂਗਾ ਜੀ? ਕੋਈ ਉਹਨਾਂ ਨੇ ਸਾਰ ਨਹੀਂ ਲਈ ਸਾਡੀ। ਜੇ ਪਿੰਡ 'ਚ ਇੱਥੇ ਕਿਸੇ ਬੰਦੇ ਕੋਲੇ ਗੱਲ ਕਰਦੇ, ਪਿੰਡ 'ਚ ਅਗਲਾ ਟਾਲ ਦਿੰਦਾ ਗੱਲੀ ਬਾਤੀ। ਸਾਨੂੰ ਕੋਈ ਪਿੰਡ 'ਚ 2 ਤਰ੍ਹਾਂ ਦੀਆਂ ਮੁਸ਼ਕਲਾਂ ਹੋਣੀਆਂ। ਇੱਕ ਤਾਂ ਦੂਸਰੇ ਤੌਰ ਤੇ ਲੋਕ ਦੂਸਰੇ ਤਰ੍ਹਾਂ ਵੀ ਸੋਚਦੇ ਆ ਕਿ ਸ਼ਾਇਦ ਕਿਤੇ ਹੈ ਨਾ ਸਮਾਜ ਦੇ ਵਿੱਚ ਵੀ ਇੱਕ ਤੁਹਾਨੂੰ ਇੱਕ ਤਰ੍ਹਾਂ ਦੀ ਮੁਸ਼ਕਲ ਸਹਿਣੀ ਪੈ ਰਹੀ ਹੋਣੀ ਆ। ਪੈਂਦੀ ਹੈ ਸਹਿਣੀ। ਇਹ ਤਾਂ ਦਿਸੀ ਜਾਂਦਾ ਸਮਾਜ ਵੱਲੋਂ ਤਾਂ ਜ਼ਿਆਦਾ ਸਹਿਣੀ ਪੈਂਦੀ ਹੈ। ਸਮਾਂ ਬਹੁਤ ਔਖਾ ਹੋਇਆ ਪਿਆ ਜੀ। ਮੈਂ ਤਾਂ ਹੁਣ ਪਰਿਵਾਰ ਵੱਲੋਂ ਐਂ ਬੇਘਰ ਹੋਇਆ ਪਿਆ। ਬੱਚੇ ਮੇਰੇ ਤਾਂ ਰੋਲਦੇ ਫਿਰਦੇ ਆ। ਮੁੰਡਾ ਮੇਰਾ ਨਾਨਕੀ ਆ ਗੁੱਡੀਆ ਦੀ ਮੈਂ ਸ਼ਾਦੀ ਕੀਤੀ ਅਜੇ 2 ਮਹੀਨੇ ਹੀ ਹੋਏ ਆ। ਮਾਂ ਦੀ ਮੌਜੂਦਗੀ ਤੋਂ ਬਿਨਾਂ ਤੁਹਾਨੂੰ ਸ਼ਾਦੀ ਵੀ ਕਰਨੀ ਪਈ? ਹਾਂਜੀ, ਕਰਨੀ ਪੈਣੀ ਸੀ। ਬੱਚੇ ਉਹਦੇ ਹੁਣ ਵੀ ਹੁਣ ਕੀ ਆ, ਉਹਨਾਂ ਦਾ ਵੀ ਵਿਚਾਰਿਆਂ ਦਾ ਵੀ ਇੱਥੇ ਰੱਖਣਾ ਘਰਾਂ 'ਚ ਬਹਿ ਕੇ। ਬੰਦਾ ਕੰਮ 'ਤੇ ਜਾਊਗਾ ਕਿ ਘਰੇ ਬੈਠੂਗਾ? ਇੱਥੇ ਕੀ ਕਰ ਲੂਗਾ ਜੀ? ਇਕੱਲਾ ਬੰਦਾ ਮੈਂ। ਹੁਣ ਆਖਰੀ ਵਾਰ ਉਹਨਾਂ ਨਾਲ ਤੁਹਾਡੀ ਗੱਲ ਕਦੋਂ ਹੋਈ ਹੈ, ਤੁਹਾਡੀ ਵਾਈਫ ਦੇ ਨਾਲ? ਆਖਰੀ ਵਾਰ ਮੇਰਾ ਖਿਆਲ 2 ਮਹੀਨੇ ਹੋ ਗਏ ਹੋਣੇ ਆ ਜੀ। ਕਿਸ ਜਗ੍ਹਾ 'ਤੇ ਨੇ ਤੇ ਕਿਹੜਾ ਜਾਂ ਜਿਹੜਾ ਪੱਕਾ ਕੋਈ ਟਿਕਾਣਾ ਤੁਹਾਨੂੰ ਪਤਾ ਦੱਸਿਆ ਉਹਨਾਂ ਨੇ ਵੀ ਮੈਂ ਇੱਥੇ ਆ ਜਾਂ ਮੈਨੂੰ ਛੁਡਾ ਲਓ ਜਾਂ ਕਿਸ ਤਰ੍ਹਾਂ? ਇਹ ਮੌਲਾਸਰ ਪਿੰਡ ਪੈਂਦਾ ਜੀ। ਮੌਲਾਸਰ ਤੋਂ 2 ਕਿਲੋਮੀਟਰ ਵਾਟ ਪਾਸੇ ਇੱਕ ਸੁੱਖਣ ਪਿੰਡ ਪੈਂਦਾ। ਉੱਥੇ ਰਹਿ ਰਿਹਾ ਉਹ।
ਉੱਥੋਂ ਦਾ ਜਿਹੜਾ ਬੰਦਾ ਹੈ ਮਨੋਜ ਕੁਮਾਰ ਪੰਡਤ ਜੀ ਆ ਉਹ ਮੈਂ ਸੁਣਿਆ ਵੀ ਉਹ ਚੇਅਰਮੈਨ ਵੀ ਆ ਉੱਥੋਂ ਦੇ। ਜਿਹੜੀ ਉਹਨੇ ਦੁਕਾਨਦਾਰੀ ਆ ਉਹ ਡੀਡਵਾਨੇ ਬਣਾਈ ਵੀ ਆ। ਉਧਰਲੀਆਂ ਬੁੜੀਆਂ ਇੱਧਰ ਵੇਚ ਦਿੰਦੇ ਆ, ਇੱਧਰਲੀਆਂ ਉੱਧਰ ਵੇਚਦੇ ਆ। ਆਹ ਕੰਮ ਆ ਉਹਨਾਂ ਦਾ। ਤਾਂ ਤੁਸੀਂ ਜਿਵੇਂ ਸੁਣਿਆ ਕਿ ਇੱਕ ਪੂਰਾ ਰੈਕਟ ਚੱਲ ਰਿਹਾ ਹੈ, ਵੱਡੇ ਰਸੂਖਵਾਨ ਲੋਕ ਵੀ ਇਹਦੇ ਨਾਲ ਜੁੜੇ ਹੋ ਸਕਦੇ ਆ, ਚਾਹੇ ਉਧਰ ਦੇ ਹੋਣ ਜਾਂ ਉਧਰੋਂ ਇੱਧਰ ਇਸ ਤਰ੍ਹਾਂ ਜਿਹੜੀ ਸੌਦੇਬਾਜ਼ੀ ਆ ਉਹ ਕੀਤੀ ਜਾ ਰਹੀ ਆ। ਤਾਂ ਅਕਸਰ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਮਸਲੇ ਜਿਹੜੇ ਸਾਹਮਣੇ ਨਹੀਂ ਆਉਂਦੇ, ਮੀਡੀਆ 'ਚ ਨਹੀਂ ਆ ਪਾਉਂਦੇ, ਤਾਂ ਉਹ ਕੁਝ ਸਮੇਂ ਬਾਅਦ ਖਤਮ ਹੋ ਜਾਂਦੇ ਨੇ ਸਮੇਂ ਦੇ ਨਾਲ। ਪਰ ਅੱਜ ਇਹ ਮਸਲਾ ਅਹਿਮ ਹੈ ਕਿ ਸੱਚਮੁੱਚ ਹੀ ਇਸ ਤਰ੍ਹਾਂ ਜਿਹੜਾ ਔਰਤਾਂ ਦਾ ਇੱਕ ਸੌਦਾ ਹੋ ਰਿਹਾ, ਉਧਰੋਂ ਔਰਤਾਂ ਨੂੰ ਕਿਸੇ ਹੋਰ ਥਾਂ ਤੇ ਇੱਧਰੋਂ ਕਿਸੇ ਹੋਰ ਥਾਂ ਤੇ ਵੇਚਿਆ ਜਾ ਰਿਹਾ। ਤਾਂ ਹੋਰ ਕੀ ਜਾਣਕਾਰੀ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਦਾਅਵਾ ਕਰਦੇ ਹੋ ਕਿ ਮਸਲਾ ਔਰਤਾਂ ਦਾ ਜਿਹੜਾ ਉਹ ਵੇਚਣ ਦਾ ਵਪਾਰ ਦਾ ਜਿਹੜਾ ਕੰਮ ਹੈ ਕਿਸੇ ਹੋਰ ਔਰਤ ਦੇ ਨਾਲ ਵੀ ਹੋਇਆ ਤੁਹਾਡੀ ਜਾਣਕਾਰੀ ਜਿਸ ਤਰ੍ਹਾਂ ਇੱਧਰੋਂ ਉਹੀ ਪਰਿਵਾਰ ਇੱਧਰੋਂ ਲੱਗਿਆ ਹੋਵੇ? ਹਾਂਜੀ, ਉਹੀ ਪਰਿਵਾਰ ਲਗਿਆ ਸੀ ਇੱਥੋਂ ਸਾਡੇ ਦੂਜੇ ਘਰਾਂ 'ਚੋਂ ਬਾਹਰਲੇ ਪਾਸਿਓਂ। ਅੱਗੇ ਵੀ ਪਹਿਲਾਂ ਇਹ ਕੰਮ ਹੋਇਆ ਹੈ। ਉਹ ਵੈਸੇ ਮੋੜ ਲਿਆਏ ਸੀ, ਪੈਸਾ ਧੇਲਾ ਉਹਨਾਂ ਨੂੰ ਭਰਤਾ ਸੀ ਕੁਛ, ਉਹ ਮੋੜ ਲਿਆਏ ਸੀ ਛੇਤੀ। ਤਾਂ ਪ੍ਰਸ਼ਾਸਨ ਦੀ ਗੱਲ ਜਿੱਥੇ ਅਸੀਂ ਕਰਦੇ ਹਾਂ ਕਿ ਪ੍ਰਸ਼ਾਸਨ ਲੋਕਾਂ ਦੇ ਲਈ ਹੁੰਦਾ ਜਾਂ ਸਮਾਜਿਕ ਸੁਰੱਖਿਆ ਦੇ ਲਈ, ਤਾਂ ਇੱਥੇ ਭੂਮਿਕਾ ਬਹੁਤ ਮਾੜੀ ਰਹੀ ਹੈ, ਬੇਹੱਦ ਨਿੰਦਣਯੋਗ ਹੈ। ਕਿਉਂਕਿ ਕਿਸੇ ਦੀ ਧੀ ਭੈਣ ਚਲੀ ਜਾਣਾ ਕਿ ਇਸ ਸਮਾਜਿਕ ਸੁਰੱਖਿਆ ਦਾ ਵੀ ਇੱਕ ਜਿਹੜਾ ਉਹਦਾ ਸ਼ੀਸ਼ਾ ਜਿਹੜਾ ਸਾਹਮਣੇ ਲੈ ਕੇ ਆਉਂਦਾ। ਤਾਂ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ? ਇੰਨੇ ਪੈਸੇ ਤੁਸੀਂ ਭਰ ਨਹੀਂ ਸਕਦੇ, ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ, ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ। ਤੇ ਅੱਗੇ ਪਿੰਡ ਦੀ ਪੰਚਾਇਤ ਦੇ ਵੱਲੋਂ ਸਹਿਯੋਗ ਕਿਸ ਤਰ੍ਹਾਂ ਦਾ? ਨਹੀਂ, ਪਿੰਡ ਦੀ ਪੰਚਾਇਤ ਵੀ ਮੇਰੇ ਵਾਸਤੇ ਤਾਂ ਕੁਛ ਨਹੀਂ ਕੀਤਾ ਕਰਾਇਆ ਜੀ। ਮੈਂ ਤਾਂ ਬਹੁਤ ਸਰਪੰਚ ਕੋਲੇ, ਮੈਂਬਰਾਂ ਕੋਲੇ, ਸਾਰਿਆਂ ਕੋਲੇ ਜਾ ਕੇ ਵੇਖ ਲਿਆ, ਪਰ ਪੰਚਾਇਤ ਨੇ ਵੀ ਕੁਛ ਨਹੀਂ ਮੇਰੀ ਗੱਲ ਸੁਣੀ। ਪੈਸਾ ਹੋਊ ਤਾਂ ਮੇਰੇ ਕੋਲੇ ਪੰਚਾਇਤ ਵੀ ਨਾ ਤਾਂ ਤੁਰੂ ਨਾਲ ਮੇਰੇ ਹੀ। ਜਦੋਂ ਪੈਸਾ ਹੀ ਨਹੀਂ ਮੇਰੇ ਕੋਲੇ ਤਾਂ ਪੰਚਾਇਤ ਨੇ ਵੀ ਕਾਹਦਾ ਤੁਰਨਾ ਮੇਰੇ ਨਾਲ। ਅਗਲਾ ਬੰਦਾ ਜਿਹੜਾ ਉਹ ਪੈਸੇ ਮੰਗਦਾ 3 ਲੱਖ ਰੁਪਏ, ਦੱਸੋ ਕਿੱਥੋਂ ਉਹਨੂੰ ਇਕੱਠਾ ਹੋਰ ਕੋਈ ਸਮਾਜ ਸੇਵੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਤੁਸੀਂ ਤਾਲਮੇਲ ਕੀਤਾ ਕਿ ਕਿਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਪਹੁੰਚ ਕੀਤੀ ਜਾਵੇ? ਨਹੀਂ ਜੀ, ਕੋਈ ਨਹੀਂ ਕੀਤਾ ਜੀ। ਜੀ, ਤਾਂ ਬਿਲਕੁਲ ਸਾਡਾ ਵੀ ਇਹ ਮਕਸਦ ਹੈ ਕਿ ਜਿਹੜਾ ਮਸਲਾ ਇਸ ਪਰਿਵਾਰ ਦੀ ਜਿਹੜੀ ਕਹਾਣੀ ਹੈ ਉਸ ਨੂੰ ਵੀ ਜਿਹੜਾ ਉਸ ਦਾ ਦਰਦ ਹੈ, ਜਿਹੜਾ ਦੁੱਖ ਹੈ, ਉਸ ਨੂੰ ਸੁਲਝਾਇਆ ਜਾ ਸਕੇ। ਤੁਸੀਂ ਦੱਸਿਆ ਤੁਹਾਡਾ ਬੇਟਾ ਕਿੰਨੀ ਕੁ ਉਮਰ ਹੋਣੀ ਹੈ ਤੁਹਾਡੇ? 12-13 ਸਾਲ ਦੀ ਉਮਰ ਹੋ ਗਈ। ਹਾਂਜੀ, ਉਹ ਨਾਨਕੀ ਰਹਿੰਦਾ, ਉਹਨੂੰ ਹੋ ਗਏ 10-12 ਦਿਨ ਅੱਜ ਗਏ ਨੂੰ। ਇੱਥੇ ਘਰ ਦਾ ਔਖਾ ਸੀਗਾ, ਘਰੇ ਰੋਟੀ ਪਾਣੀ ਦਾ ਔਖਾ ਸੀ ਨਿਆਣੇ ਨੂੰ, ਤੇ ਤਾਂ ਕਰਕੇ ਉਹਨੂੰ ਮੈਂ ਉੱਥੇ ਛੱਡਿਆ ਜੀ। ਤੁਸੀਂ ਹੁਣ ਵੀ ਨਾਲ ਕੰਮ ਵੀ ਕਰਨਾ ਪੈ ਰਿਹਾ ਹੋਣਾ ਕਿਉਂਕਿ ਆਮਦਨੀ ਦਾ ਕੋਈ ਸਾਧਨ ਨਹੀਂ? ਹਾਂਜੀ, ਕੰਮ ਤੋਂ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਚੱਲਣਾ ਗਿਆ, ਕੰਮ ਤਾਂ ਕਰਨਾ ਹੀ ਪੈਂਦਾ ਜੀ। ਹੁਣ ਵੀ ਆ ਦਿਹਾੜੀ ਲਾ ਕੇ ਆਇਆ ਸੀਗਾ ਜੀ, ਉੱਥੇ ਟਰੈਕਟਰ ਖੇਤੀ ਖੜਾ ਪੈਲੀ ਵਾਹੁੰਦਾ ਸੀਗਾ ਜੀ। ਤਾਂ ਜੀ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਪੱਕੀ ਜਾਣਕਾਰੀ ਮਿਲ ਰਹੀ ਹੈ ਜਾਂ ਫਿਰ ਇਕੱਲੇ ਫੋਨ ਕਾਲ ਆ ਰਹੇ ਆ ਤੇ ਸਿਰਫ ਇੱਕ ਉਹ ਵੀ ਕੀ ਕਹਿ ਰਹੇ ਅੱਗੋਂ ਵੀ ਉਹਨਾਂ ਨੂੰ ਪਤਾ ਲੱਗਿਆ ਕਿ ਤੁਹਾਡੀ ਵਾਈਫ ਆ ਜਿਹੜੇ ਕਿ ਜਿਹੜਾ ਇਹ ਸੌਦੇਬਾਜ਼ੀ 'ਚ ਚੱਕਰ 'ਚ ਉਹ ਫਸੇ ਨੇ, ਜਾਂ ਫਿਰ ਹਜੇ ਜਿਹੜਾ ਇਹ ਉਹਨਾਂ ਤੋਂ ਇਕੱਲੀ ਮਜ਼ਦੂਰੀ ਕਰਵਾਈ ਜਾ ਰਹੀ ਆ? ਹਾਂਜੀ, ਉਹਨਾਂ ਤੋਂ ਪਤਾ ਲੱਗਿਆ ਵੀ ਉਹ ਤਾਂ ਸੱਤ ਤੋਂ ਗੋਬਰ ਚਕਾਈ ਜਾਂਦੇ ਦਿਨ ਰਾਤ ਇੱਥੇ, ਤੇ ਇਹ ਕੰਮ ਹੀ ਕਰਾਉਂਦੇ ਉੱਥੇ, ਹੋਰ ਤਾਂ ਕੋਈ ਕੰਮ ਹੈ ਨਹੀਂ ਕਹਿੰਦੇ। ਨਹੀਂ, ਜਿਹੜੇ ਤੁਹਾਡੇ ਪਿੰਡੋਂ ਲੈ ਕੇ ਜਾਂਦੇ ਨੇ, ਤੁਸੀਂ ਦੱਸਿਆ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ, ਤਾਂ ਉਹ ਔਰਤਾਂ ਦਾ ਗਰੁੱਪ ਹੈ ਜਾਂ ਉਹਦੇ ਵਿੱਚ ਮਰਦ ਵੀ ਨੇ, ਬੰਦੇ ਵੀ ਨੇ, ਕੀ ਹੈ? ਹਾਂਜੀ, ਪਹਿਲੇ ਨੰਬਰ ਤੇ ਤਾਂ ਰਾਣੀ ਇੱਥੋਂ ਲੈ ਕੇ ਗਈ ਹੈ, ਰਾਣੀ ਦਾ ਮੁੰਡਾ ਆ ਨਾਲ। ਰਾਣੀ ਤੋਂ ਲੱਗਦਾ ਪੰਜਾਬੀ ਕੋਈ? ਹਾਂਜੀ, ਪੰਜਾਬੀ ਔਰਤ ਇੱਥੇ ਰਹਿੰਦੀ ਰਹੀ ਪਹਿਲਾਂ ਸਾਡੇ ਗੁਆਂਢ। ਠੀਕ ਹੈ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਉਹਦਾ ਮੁੰਡਾ ਆਇਆ ਨਾਲ ਤੇ ਰਾਣੀ ਆਈ ਆ, ਦੋਵੇਂ ਜਾਣੇ ਸੀਗੇ। ਉਹ ਲੈ ਕੇ ਗਏ 2-3 ਵਜੇ ਇੱਥੋਂ। ਸਾਨੂੰ ਉਦੋਂ 15-20 ਦਿਨਾਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਆਹ ਕੰਮ ਕੀਤਾ ਹੋਇਆ, ਵੀ ਗਾਂ ਵੇਚ ਆਏ ਆ ਜਾ ਕੇ। ਉਹਦੇ ਨਾਲ ਰਾਣੀ ਦੇ ਇੱਕ ਬੰਦਾ ਗਿਆ ਜਿੰਦੂ, ਇੱਕ ਗਿਆ ਅਵਤਾਰ, ਫਿਰੋਜ਼ਪੁਰ ਦੇ ਦੋਵੇਂ ਬੰਦੇ ਉਹ ਹੀ। ਤੀਜੀ ਰਾਣੀ ਸੀ, 3 ਬੰਦੇ ਗਏ ਆ। ਜਿਹੜੀ ਇਹ ਦਰਖਾਸਤ ਹੈ ਇਹਦੇ ਵਿੱਚ ਉਹਨਾਂ ਬੰਦਿਆਂ ਦਾ ਤੁਸੀਂ ਨਾਮ ਲਿਖਿਆ? ਹਾਂ, ਰਾਣੀ ਦਾ ਨਾਮ ਲਿਖਿਆ ਹੋਇਆ, ਦੂਜੇ ਬੰਦਿਆਂ ਦਾ ਨਹੀਂ ਨਾਮ ਲਿਖਿਆ। ਉਹ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਕਿ ਉਹ ਵੀ ਵਿੱਚ ਇਨਵੋਲਵ ਹੈ ਇਹਦੇ? ਉਹ ਨਾਲ ਗਏ ਸੀ, ਉਹਨਾਂ ਤੋਂ ਅਸੀਂ ਇੱਕ ਫੋਨ ਖੋਇਆ ਸੀਗਾ, ਫੋਨ ਦੇ ਵਿੱਚ ਰਿਕਾਰਡਿੰਗਾਂ ਸੀਗੀਆਂ, ਸਾਰੀਆਂ ਰਿਕਾਰਡਿੰਗਾਂ ਸਾਨੂੰ ਮਿਲ ਗਈਆਂ ਵੀ ਉਹਨਾਂ ਨੇ ਇਹ ਕੰਮ ਕੀਤਾ। ਜਾ ਕੇ ਉੱਥੇ ਵੇਚ ਕੇ ਆ ਗਏ, ਉਹਨੂੰ ਬੇਹੋਸ਼ ਕਰਕੇ ਲਗਾਏ ਆ। ਚਾਹ ਪਿਆਈ ਆ ਉਹਨੇ, ਸਾਡੇ ਆਪ ਗੱਲ ਕੀਤੀ ਸਾਡੇ ਨਾਲ ਪਰਮਜੀਤ ਨੇ, ਵੀ ਮੈਨੂੰ ਚਾਹ ਪਿਆਈ ਇਹਨਾਂ ਨੇ। ਚਾਹ ਦੇ ਵਿੱਚ ਪਤਾ ਨਹੀਂ ਕੀ ਚੀਜ਼ ਪਾਇਆ, ਮੈਨੂੰ 3-4 ਦਿਨ ਹੋਸ਼ ਨਹੀਂ ਆਇਆ ਉੱਥੇ। ਤਾਂ ਜੀ ਇਸ ਮਸਲੇ ਦੇ ਵਿੱਚ ਪੰਚਾਇਤ ਦਾ ਕੀ ਰੋਲ ਹੈ? ਖਾਸ ਤੌਰ 'ਤੇ ਮੰਨਿਆ ਜਾਂਦਾ ਕਿ ਮੁੱਢਲੀ ਜਿਹੜੀ ਇਕਾਈ ਹੁੰਦੀ ਹੈ ਨਿਆਂ ਦੀ, ਉਹ ਪਿੰਡ ਦੀ ਪੰਚਾਇਤ ਹੀ ਹੁੰਦੀ ਹੈ। ਪਿੰਡ ਦੀ ਪੰਚਾਇਤ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਫੈਸਲੇ ਆ ਉਹ ਹੋ ਜਾਇਆ ਕਰਦੇ ਆ,
ਤੇ ਖਾਸ ਤੌਰ ਤੇ ਅਗਰ ਜੇ ਗਰੀਬ ਪਰਿਵਾਰ ਹੈ, ਉਹਦੇ ਕੋਲੇ ਕੋਈ ਸਾਧਨ ਨਹੀਂ, ਥਾਣੇ ਤੱਕ ਉਹਦੀ ਪਹੁੰਚ ਨਹੀਂ, ਤਾਂ ਪੰਚਾਇਤ ਦਾ ਕੀ ਰੋਲ ਹੈ? ਪੰਚਾਇਤ ਦਾ ਜਾਣਾਂਗੇ ਇਸ ਮਸਲੇ ਦੇ ਵਿੱਚ ਪੰਚਾਇਤ ਕੀ ਕਹਿੰਦੀ ਹੈ। ਤਾਂ ਤੀਰਥ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਪੰਚਾਇਤ ਦੇ ਵੱਲੋਂ ਸਾਥ ਨਹੀਂ ਦਿੱਤਾ ਜਾ ਰਿਹਾ, ਤਾਂ ਅਸੀਂ ਸਰਪੰਚ ਸਾਹਿਬ ਨੂੰ ਵੀ ਬੁਲਾਇਆ ਸਪੈਸ਼ਲ ਇਸੇ ਮਸਲੇ ਨੂੰ ਜਿਹੜਾ ਕਵਰ ਕਰਨ ਦੇ ਲਈ। ਤਾਂ ਸਰਪੰਚ ਸਾਹਿਬ, ਤੀਰਥ ਹੋਰਾਂ ਨੇ ਇਲਜ਼ਾਮ ਲਗਾਏ ਨੇ ਕਿ ਪਿੰਡ ਦੀ ਪੰਚਾਇਤ ਨੂੰ ਸਾਥ ਦੇਣਾ ਚਾਹੀਦਾ ਸੀ, ਤਾਂ ਪੰਚਾਇਤ ਆਪਣਾ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ? ਪੰਚਾਇਤ ਆਪਣਾ ਕੰਮ ਕਰ ਰਹੀ ਆ। ਜੀ। ਤੀਰਥ ਨੇ ਸਾਨੂੰ ਦੱਸਿਆ, ਅਸੀਂ ਇਹਨੂੰ ਆਖਿਆ ਤਲਵੰਡੀ ਭਾਈ ਥਾਣੇ ਦੇ ਵਿੱਚ ਰਿਪੋਰਟ ਦਿਓ, ਉੱਥੋਂ ਜਿਹੜਾ ਕੋਈ ਜਵਾਬ ਮਿਲੂਗਾ ਫਿਰ ਸਾਨੂੰ ਦੱਸੀ। ਹੁਣ ਰਿਪੋਰਟ ਦਿੱਤੀ ਨੂੰ ਤਾਂ ਕਾਫੀ ਟਾਈਮ ਹੋ ਗਿਆ ਨਾ ਜੀ, ਰਿਪੋਰਟ ਮੇਰੇ ਹੱਥ 'ਚ ਹੈ, ਤਾਂ ਇਹ ਰਿਪੋਰਟ ਵੀ ਜਿਹੜੀ ਆ ਇਹ ਕਾਗਜ਼ ਵੀ ਫਟਣ ਵਾਲਾ ਹੋ ਗਿਆ, ਹਜੇ ਤੱਕ ਜਿਹੜੀ ਸੁਣਾਈ ਆ ਜਿਹੜੀ ਨਹੀਂ ਹੋ ਰਹੀ, ਤਾਂ ਕੀ ਕਾਰਨ? ਉਸ ਤੋਂ ਬਾਅਦ ਇਹਨੇ ਸਾਨੂੰ ਕੋਈ ਦੱਸਿਆ ਹੀ ਨਹੀਂਗਾ। ਮੈਂ ਇਹਨੂੰ ਇਹ ਗੱਲ ਆਖੀ ਸੀ, ਜੇ HSO ਗੱਲ ਨਹੀਂ ਸੁਣਦਾ SSP ਸਾਹਿਬ ਦੇ ਪੇਸ਼ ਹੋ ਜਾ। ਇਹ ਗਰੀਬ ਬੰਦਾ ਉੱਥੋਂ ਤੱਕ ਪਹੁੰਚ ਨਹੀਂ ਸਕਿਆ। ਇਹ ਸਾਨੂੰ ਆਉਂਦਾ 3 ਲੱਖ ਰੁਪਇਆ ਮੰਗਦੇ ਆ ਉਹ। ਹੁਣ ਪੰਚਾਇਤ 3 ਲੱਖ ਰੁਪਇਆ ਕਿੱਥੋਂ ਭਰੇ? ਪੰਚਾਇਤ ਪੈਸੇ ਨਹੀਂ ਭਰ ਸਕਦੀ, ਪਰ ਕੀ ਪੰਚਾਇਤ ਹੁਣ ਅੱਗੇ ਤੁਰਨ ਨੂੰ ਤਿਆਰ ਹੈਗੀ ਹੈ ਇਸ ਮਸਲੇ ਦੇ ਵਿੱਚ? ਅੱਗੇ ਜਿਹੜੀ ਤੀਰਥ ਸਿੰਘ ਦੀ ਬਾਂਹ ਫੜਨ ਨੂੰ ਤਿਆਰ ਆ ਪਰਿਵਾਰ ਦੀ? ਹਾਂ, ਜੇ ਜਿੱਥੇ ਸਾਨੂੰ ਤੀਰਥ ਚਾਹੂਗਾ ਅਸੀਂ ਇਹਦੇ ਹੱਕ 'ਚ ਬੋਲਾਂਗੇ। ਕਿਉਂਕਿ ਪੈਸਾ ਦੇਣਾ ਤੇ ਮੰਗਣਾ ਵੀ ਤੇ ਦੇਣਾ ਵੀ ਤੇ ਦੋਨੋਂ ਗੈਰ ਕਾਨੂੰਨੀ ਹੈ ਨਾ, ਉਹ ਕਿਸੇ ਕਾਨੂੰਨ ਦੇ ਵਿੱਚ ਤਾਂ ਆਉਂਦਾ ਨਹੀਂ। ਤਾਂ ਕਾਨੂੰਨ ਦਾ ਸਹਾਰਾ ਤਾਂ ਤੁਸੀਂ ਲੈ ਸਕਦੇ ਹੋ, ਅਦਾਲਤਾਂ ਨੇ, ਤੁਹਾਡੇ ਕੋਲ ਸੀਨੀਅਰ ਅਫੀਸ਼ੀਅਲ ਹੈਗੇ ਨੇ, ਤਾਂ ਤੁਸੀਂ ਉੱਥੋਂ ਤੱਕ ਪਹੁੰਚ ਕਰੋਗੇ ਤੀਰਥ ਸਿੰਘ ਦੇ ਨਾਲ? ਹਾਂ, ਇਹਦੇ ਨਾਲ ਪਹੁੰਚ ਕਰਾਂਗੇ ਜਿੱਥੋਂ ਤੱਕ ਸਾਡੀ ਪਹੁੰਚ ਹੋ ਸਕੇ। ਜੀ। ਤਾਂ ਇਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਪਿੰਡ ਦੇ ਵਿੱਚ ਹੋ ਚੁੱਕਿਆ, ਕੋਈ ਬੇਗਾਨਾ ਪਰਿਵਾਰ ਆ ਕੇ ਰਹਿੰਦਾ, ਕੀ ਹੁਣ ਜਿਹੜੀ ਪੰਚਾਇਤ ਅੱਗੇ ਤੋਂ ਇਹ ਵੀ ਖਿਆਲ ਰੱਖੇਗੀ ਕਿ ਕੋਈ ਆ ਕੇ ਕਿਸ ਤਰ੍ਹਾਂ ਰਹਿ ਰਿਹਾ ਉਹਦੇ ਕਾਗਜ਼ਾਂ ਦਾ ਪਤਾ ਕੀਤਾ ਜਾਵੇ? ਕਿਉਂਕਿ ਇਸ ਤਰ੍ਹਾਂ ਅਕਸਰ ਪਿੰਡਾਂ ਦੇ ਵਿੱਚ ਦੂਜੀਆਂ ਪੰਚਾਇਤਾਂ ਨੂੰ ਵੀ ਕੰਨ ਹੋਣੇ ਚਾਹੀਦੇ ਆ ਕਿ ਕੋਈ ਬੇਗਾਨਾ ਰਹਿ ਰਿਹਾ ਤਾਂ ਫਿਰ ਉਹ ਤੁਹਾਡੇ ਪਿੰਡ 'ਚੋਂ ਜਿਹੜੀਆਂ ਔਰਤਾਂ ਨੂੰ ਗਵਾਹ ਕਰ ਰਿਹਾ। ਉਹ ਜਿਹੜੀ ਔਰਤ ਰਾਣੀ ਦੱਸਦੇ ਆ, ਖੇਤਾਂ ਦੇ ਵਿੱਚ ਘਰ ਆ, ਉੱਥੇ ਰਹਿੰਦੀ ਰਹੀ ਆ। ਇਹਨਾਂ ਦੇ ਨਾਲ ਉਹਨਾਂ ਦੀ ਆਉਣੀ ਜਾਣੀ ਸੀਗੀ। ਸਾਨੂੰ ਨਹੀਂ ਪਤਾ ਉਹ ਕੀ ਰਿਸ਼ਤਾ ਸੀ ਕੀ ਨਹੀਂ। ਉਹ ਇਹਨੂੰ ਤੀਰ ਸਿੰਘਾਂ ਦਾ ਰਾਣੀ ਇੱਥੋਂ ਲੈ ਗਈ ਆ। ਕੁਛ ਤਾਂ ਪੰਜਾਬੀ ਪਰਿਵਾਰਾਂ 'ਚ ਵੀ ਇੱਦਾਂ ਹੁੰਦਾ ਕਿ ਪ੍ਰੇਮ ਪਿਆਰ ਬਣ ਜਾਂਦਾ ਕਿਤੇ ਨਾ ਕਿਤੇ। ਜੇ ਕੋਈ ਨਵਾਂ ਆਉਂਦਾ ਤਾਂ ਉਹਦੇ ਪੰਜਾਬੀ ਹੱਥ ਵਿਛਾ ਕੇ ਸਵਾਗਤ ਕਰਦੇ ਨੇ, ਪਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਐਡੀ ਜਿਹੜਾ ਘਟਨਾ ਨੂੰ ਅੰਜਾਮ ਦੇਊਗਾ। ਸ਼ਾਇਦ ਧੋਖਾ ਸਾਡੇ ਸੁਣ 'ਚ ਇਹ ਆਉਂਦਾ ਸੀ ਉਹ ਰਾਣੀ ਇਹਨਾਂ ਦੀ ਕੋਈ ਰਿਸ਼ਤੇਦਾਰ ਆ ਜੀ। ਹਾਂ, ਕੋਈ ਗਾਂਵ ਵਛਾਉ ਦੂਰ ਦਰੇਡਿਓਂ ਕੋਈ ਰਿਸ਼ਤੇਦਾਰੀ ਆ। ਸਾਨੂੰ ਉਹ ਚੀਜ਼ ਦੇ ਬਾਰੇ ਜਾਣਕਾਰੀ ਨਹੀਂ। ਰਾਣੀ ਇਹਨਾਂ ਦੇ ਘਰੇ ਉਹ ਆਮ ਆਉਂਦੀ ਸੀ। ਹੁਣ ਬਸ ਸਵਾਲ ਆਖਰੀ ਇਹੀ ਬਣਦਾ ਜੀ ਕਿ ਅੱਗੇ ਪੰਚਾਇਤ ਹੁਣ ਕੀ ਮਸਲਾ ਉਠਾਏਗੀ? ਤੀਰਥ ਸਿੰਘ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇਨਸਾਫ ਚਾਹੀਦਾ ਮੈਨੂੰ, ਬੱਚਾ ਵੀ ਘਰ ਤੋਂ ਬਾਹਰ ਛੱਡਣਾ ਪੈ ਰਿਹਾ, ਦਿਹਾੜੀਦਾਰ ਬੰਦਾ, ਤਾਂ ਅੱਗੇ ਕੀ ਸੋਚ ਰਹੇ ਹੋ ਤੁਸੀਂ ਜੀ? ਅੱਗੇ ਜੋ ਇਹ ਚਾਹੂਗਾ ਅਸੀਂ ਇਹਦੇ ਸਾਥ ਦਿਆਂਗੇ, ਪਰ ਉਹ ਜਿਹੜਾ ਮਸਲਾ 3 ਲੱਖ ਮੰਗ ਰਹੇ ਆ ਉਹ ਪੰਚਾਇਤ ਦੇ ਨਹੀਂ ਸਕਦੀ, ਨਾ ਇਹ ਦੇ ਸਕਦਾ ਗਰੀਬ ਬੰਦਾ। ਇਹਨੇ HSO ਸਾਹਿਬ ਨੂੰ ਦਿੱਤੀ ਆ ਰਿਪੋਰਟ, ਉਹਨੇ ਪੁਲਿਸ ਵਾਲਿਆਂ ਨੇ ਕੋਈ ਇਹਨੂੰ ਜਵਾਬ ਤਸੱਲੀ ਬਖਸ਼ ਨਹੀਂ ਦਿੱਤਾ। ਤਾਂ ਹੁਣ ਉਸੇ ਜਵਾਬ ਦੇ ਲਈ ਤੁਸੀਂ ਕੁਝ ਅੱਗੇ ਵਧੋਗੇ ਨਾਲ? ਹਾਂ ਜੀ, ਜਿੰਨਾ ਇਹ ਸਾਥ ਭਾਲੂਗਾ ਸਾਥ ਦੇਵਾਂਗੇ ਇਹਨੂੰ। ਜੀ। ਤਾਂ ਬਿਲਕੁਲ ਇਹ ਪਿੰਡ ਪਤਲੇ ਦੀ ਪੰਚਾਇਤ ਹੈ, ਤਾਂ ਪੰਚਾਇਤ ਦਾ ਕਹਿਣਾ ਸਾਥ ਦੇਵਾਂਗੇ। ਤੇ ਸਾਡਾ ਵੀ ਮਕਸਦ ਸਿਰਫ ਇਹੋ ਸੀ ਕਿ ਇਸ ਮਸਲੇ ਨੂੰ ਹਾਈਲਾਈਟ ਕੀਤਾ ਜਾਵੇ ਤੇ ਲੋਕਾਂ ਤੱਕ ਲੈ ਕੇ ਜਾਇਆ ਜਾਵੇ, ਕਿਉਂਕਿ ਹੋ ਸਕਦਾ ਹੈ ਕਿਸੇ ਹੋਰ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਗਰੋਹ ਜਾਵੇ, ਉੱਥੇ ਕੁਝ ਸਮੇਂ ਦੇ ਲਈ ਦਿਹਾੜੀ ਮਜ਼ਦੂਰੀ ਕਰੇ ਜਾਂ ਸਟੇ ਕਰੇ ਕਿਸੇ ਹਿਸਾਬ ਨਾਲ, ਫਿਰ ਉੱਥੋਂ ਕਿਸੇ ਗਰੀਬ ਪਰਿਵਾਰ ਦੀ ਔਰਤ ਨੂੰ ਵਰਗਲਾ ਕੇ ਮਜ਼ਦੂਰੀ ਦੇ ਬਹਾਨੇ ਕਿਤੇ ਲਿਜਾ ਕੇ ਉਸ ਦਾ ਸ਼ੋਸ਼ਣ ਕੀਤਾ ਨਾ ਜਾਵੇ, ਤੇ ਨਾ ਹੀ ਕਿਤੇ ਇਸ ਤਰ੍ਹਾਂ ਦੀ ਜਿਹੜੀ ਹਿਊਮਨ ਸੌਦੇਬਾਜ਼ੀ ਹੈ ਜਿਹੜੀ ਉਹ ਨਾ ਹੋ ਸਕੇ। ਤੁਸੀਂ ਵੀ ਇਸੇ ਪਿੰਡ ਦੇ ਵਸਨੀਕ ਹੋ ਜੀ, ਤਾਂ ਕੀ ਸੋਚ ਰਹੇ ਹੋ? ਉਹ ਵੀ ਇੱਕ ਮਜ਼ਦੂਰ ਹੈ, ਤੁਸੀਂ ਵੀ ਸਧਾਰਨ ਪਰਿਵਾਰ ਤੋਂ, ਤਾਂ ਇਸ ਤਰ੍ਹਾਂ ਦੇ ਪਰਿਵਾਰਾਂ ਨਾਲ ਜਦੋਂ ਘਟਨਾਵਾਂ ਵਾਪਰਦੀਆਂ ਨੇ ਤੇ 3-3 ਲੱਖ ਰੁਪਈਆ ਮੰਗਣਾ ਕਿੰਨਾ ਕੁ ਜਿਹੜਾ ਵਾਜਿਬ ਹੈ ਜੀ? ਇਹ ਤਾਂ ਜੀ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ 3 ਲੱਖ ਰੁਪਈਆ ਤਾਂ ਅੱਜ ਜਿਹੜਾ ਕੋਈ 5-7 ਕਿੱਲਿਆਂ ਵਾਲਾ ਵੀ ਆ ਨਾ, ਵੀ ਉਹ ਤੋਂ ਵੀ ਨਹੀਂ ਭਰਿਆ ਜਾਂਦਾ। ਤੇ ਇਹ ਗਰੀਬ ਪਰਿਵਾਰ ਇਹਨਾਂ ਦੇ ਤਾਂ ਵੇਖ ਲਈਏ ਵੀ ਹੁਣ ਚੈੱਕ ਕਰ ਲਓ, ਮੇਰਾ ਖਿਆਲ ਇਹਨਾਂ ਦੇ ਆਟਾ ਗੋਟਾ ਵੀ ਨਹੀਂ ਹੋਣਾ ਘਰੇ। 3 ਲੱਖ ਰੁਪਈਆ ਕਿੱਥੋਂ ਦੇਣਗੇ? ਗੱਲ ਇਹ ਕਰਦਾ ਸੀਗਾ ਵੀ ਮੇਰੇ ਨਾਲ ਐ ਧੱਕਾ ਹੋਇਆ, ਮੇਰੇ ਨਾਲ ਹੁਣ ਕੀ ਵਾਪਰੂਗੀ, ਮੇਰੇ ਨਾਲ ਕੋਈ ਸਾਥ ਦਿਓ। ਸਾਥ ਅਸੀਂ ਇਹਨੂੰ ਇਹ ਕਿਹਾ ਵੀ ਬਿਲੂ ਸਾਥ ਹੀ ਵੀ ਪੰਚਾਇਤ ਤੌਰ 'ਤੇ ਥਾਣੇ ਨਾਲ ਜਾ ਸਕਦੇ ਹਾਂ, ਪੰਚਾਇਤ ਤੌਰ 'ਤੇ ਚਲੋ ਜੇ ਜਾਣਾ ਪਿਆ ਤੇ ਅਸੀਂ ਉੱਥੇ ਵੀ ਜਾ ਸਕਦੇ, ਪਰ ਏਡੀ ਦੂਰ ਆ ਨਾ, ਪਤਾ ਨਹੀਂ ਕਿੱਥੇ ਨਗੌਰ ਆ, ਕਿਤੇ ਪਹਿਲਾਂ ਜੇ ਸੁਣੀ ਸੀ ਗੱਲ ਵੀ ਜੈਪੁਰ ਹੈ, ਫਿਰ ਨਗੌਰ ਆ, ਪਤਾ ਨਹੀਂ ਉੱਥੋਂ ਦੇ ਆਪੀ ਤਾਂ ਸ਼ਹਿਰ ਹੀ ਨਹੀਂ ਜਾਣਦੇ, ਇੱਥੇ ਜਾਏ ਹੀ ਨਹੀਂ ਜਾਣਾ ਹੈਗਾ ਜੀ। ਇਹ ਤਾਂ ਕੋਈ ਵੱਡੇ ਕੋਈ ਅਫਸਰ ਕਹਿ ਲਓ ਜਾਂ ਕੋਈ ਮੁਲਾਜ਼ਮ ਕਹਿ ਲਓ ਜਾਂ ਕੋਈ ਪੁਲਿਸ ਮੁਲਾਜ਼ਮ ਕਹਿ ਲਓ, ਉਹੋ ਜਿਹੇ ਥਾਂ ਤਾਂ ਜੀ ਉਹੀ ਭਾਲ ਸਕਦੇ ਆ।
ਜੇ ਕਹੀਏ ਕੋਈ ਪਿੰਡ ਦੇ ਸਧਾਰਨ ਬੰਦੇ ਉਹ ਥਾਂ ਲੱਭ ਲੈਣਗੇ, ਉਹ ਨਹੀਂ ਲੱਭਣੇ, ਜਾਂ ਥਾਂ ਲੱਭੂਗੀ ਜਿਹੜੀ ਇਹਨਾਂ ਪਰ ਨੂੰ ਉਹ ਕੱਲੇ ਕੰਪਲੇਂਟ ਦੇ ਕੇ ਆਏ ਆ ਨਾ, ਤਾਂ ਤੀਰਥ ਸਿੰਘ ਕੱਲੇ ਕੰਪਲੇਂਟ ਕਰਕੇ ਆਏ ਆ ਥਾਣੇ ਜਾ ਕੇ, ਤਾਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਆ ਕੰਪਲੇਂਟ। ਉਹਨਾਂ ਨੇ ਮੈਨੂੰ ਫੜਾਈ ਸੀ, ਤਾਂ ਬਕਾਇਦਾ ਜਿਹੜੇ ਨਾਮ ਲਿਖੇ ਹੋਏ ਨੇ। ਕੀ ਹੁਣ ਤੁਸੀਂ ਸਾਰੇ ਜਿਹੜੇ ਥਾਣੇ ਤੇ ਪ੍ਰੈਸ਼ਰ ਬਣਾਓਗੇ ਜਿਸ ਤਰ੍ਹਾਂ ਸਰਪੰਚ ਸਾਹਿਬ ਕਹਿ ਰਹੇ ਆ? ਹਾਂਜੀ, ਥਾਂ ਚਾਹੀਦਾ, ਪਹਿਲੇ ਥਾਣੇ ਵਾਲਿਆਂ ਨੂੰ ਆਉਣਾ ਚਾਹੀਦਾ ਸੀ ਇੱਥੇ ਆ ਕੇ, ਪੰਚਾਇਤ ਇਕੱਠੀ ਸਰਪੰਚ ਦੇ ਘਰੇ ਆਉਂਦੇ, ਇਕੱਠੇ ਕਰਦੇ ਬੰਦੇ ਵੀ ਕੀ ਇਹ ਗੱਲਬਾਤ ਹੈ, ਫਿਰ ਉਹਨਾਂ ਨੂੰ ਦੱਸਦੇ, ਉਹਨਾਂ ਨੂੰ ਕੋਈ ਅੱਗੇ ਗੱਲ ਤੋਰਨੀ ਚਾਹੀਦੀ ਸੀ। ਪਰ ਉਹਨਾਂ ਨੇ ਆਉਣਾ ਕਿ ਅੱਜ ਤੱਕ ਮੇਰਾ ਨਾ ਸਰਪੰਚ ਦੀ ਨਾ ਕਿਤੇ ਹੋਰ ਸਰਕਾਰੀ ਦੁਆਰੇ ਗੱਲ ਸੁਣੀ ਨਹੀਂ, ਜਿਵੇਂ ਵੀ ਐਵੇਂ ਬੇਗੌਰੀ ਜੀ ਗੱਲ ਕਰਤੀ ਵੀ ਚੱਲ ਜੇ ਗਿਆ ਤਾਂ ਪਰਿਵਾਰ ਕਿਸੇ ਦਾ ਗਿਆ, ਚਲੋ ਠੀਕ ਹੈ। ਪਰ ਉਹ ਜਿਹੜੀ ਰਾਣੀ ਬੁੜੀ ਬੋਲਦੇ ਆ, ਉਹ ਹੋ ਸਕਦਾ ਜੇ ਉਸ ਨੂੰ ਕਿਤੇ ਕਬਜ਼ੇ 'ਚ ਲਿਆ ਜਾਵੇ ਤੇ ਕੋਈ ਨਾਲ ਹੋਰ ਵੀ ਵੱਡਾ ਗਰੁੱਪ ਵੀ ਕੋਈ ਉਹਦੇ ਕੋਲੋਂ ਸਬੂਤ ਹੋਣ ਦੇ ਚਾਂਸ ਹੈਗੇ ਆ, ਵੀ ਹੋ ਸਕਦਾ ਇਹ ਇਕੱਲੀ ਨਾ ਹੋਵੇ, ਉਹਦੇ ਨਾਲ ਹੋਰ ਵੀ ਹੈ। ਬਿਲਕੁਲ ਇਸ ਤਰ੍ਹਾਂ ਅਕਸਰ ਕਹਿੰਦੇ ਸੁਣਿਆ ਹੋਣਾ ਤੁਸੀਂ, ਕਿਸੇ ਕੋਲੋਂ ਕਿਸੇ ਨੂੰ ਕਹਿੰਦੇ ਸੁਣਿਆ ਹੋਣਾ ਕਿ ਗਰੋਹ ਹੈਗੇ ਨੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਵੀ ਚੱਲਦੇ ਨੇ। ਤਾਂ ਆਖਰ ਦੇ ਵਿੱਚ ਤੀਰਥ ਸਿੰਘ ਤੋਂ ਪੁੱਛਿਆ ਜਾਣਾਂਗੇ ਕਿ ਹੋਰ ਉਹ ਕੀ ਚਾਹੁੰਦੇ ਨੇ। ਪਿੰਡ ਵਾਸੀ ਤੁਹਾਡੇ ਨਾਲ ਤੁਰਨ ਨੂੰ ਤਿਆਰ ਨੇ ਜੀ, ਤਾਂ ਹੁਣ ਕੀ ਅਗਲਾ ਤੁਹਾਡਾ ਜਿਹੜਾ ਐਕਸ਼ਨ ਹੋਏਗਾ ਜੀ? ਸਾਡਾ ਤਾਂ ਐਕਸ਼ਨ ਇਹ ਹੈ ਜੀ, ਰਾਣੀ ਨੂੰ ਮੈਂ ਨਾਲ ਲੈ ਚੱਲੂੰਗਾ, ਹੋਰ ਕੀ, ਮਿਹਨਤ ਤਰਲਾ ਕਰ ਲੂੰ, ਪੈਸਾ ਧੇਲਾ ਭਰ ਲੂੰ ਉਹਦਾ। ਪਿੰਡ ਦੀ ਪੰਚਾਇਤ ਵੀ ਨਾਲ ਚੱਲੇ ਤੇ ਜਾ ਕੇ ਕਿਹੜਾ ਮੇਰੇ ਪਰਿਵਾਰ ਨੂੰ ਲਿਆਈਏ, ਵਾਲੀ ਗੱਲ ਆ, ਉਹਨੂੰ ਕਹੇ ਰਾਣੀ ਨੂੰ ਰੱਖ ਲਓ ਉੱਥੇ, ਹੋਰ ਆਪਾਂ ਇਹਦੇ 'ਚ ਕੀ ਕਰ ਸਕਦੇ ਹਾਂ? ਪੈਸੇ ਉਹਨਾਂ ਨੇ ਲਏ ਵੇ, ਆਪਾਂ ਕੀ ਲਿਆਓ? ਇੱਕ ਰਾਣੀ ਦਾ ਨਾਮ ਸਾਹਮਣੇ ਆ ਰਿਹਾ ਜੀ, ਰਾਣੀ ਦੇ ਬਾਰੇ ਥੋੜੀ ਜਾਣਕਾਰੀ ਜ਼ਰੂਰ ਦਿਓ। ਰਾਣੀ ਕੌਣ ਹੈ ਤੇ ਰਾਣੀ ਕਿਸ ਤਰ੍ਹਾਂ ਜਿਹੜਾ ਇਸ ਦੇ ਵਿੱਚ ਹੈਗੀ ਆ? ਇਹਨਾਂ ਨੂੰ ਸਾਰਾ ਪਤਾ ਜੀ, ਕਿਹੜੇ ਪਿੰਡ ਦੀ ਆ, ਕਿਵੇਂ ਰਹਿਣ ਲੱਗੀ ਸੀ, ਜਾਣ ਹੁਣ ਇਹਨਾਂ ਦੇ ਨਾਲ ਜ਼ਿਆਦੇ ਪਿੰਡ ਬਾਰੇ। ਪਿੰਡ ਉਹਦਾ ਕੋਈ ਹੈ, ਉਹ ਫਿਰੋਜ਼ਪੁਰ ਦੀ ਆ। ਪਹਿਲਾਂ ਉਹਦੇ ਕੋਈ ਘਰ ਵਾਲਾ ਪਤਾ ਨਹੀਂ ਤਲਾਕ ਦੇ ਕੇ ਆਈ ਕਿ ਕੀ ਕਰਕੇ ਆਈ ਮਗਰ ਵੀ, ਫਿਰ ਉਹਨੇ ਇੱਕ ਸੂਰੇ ਵਾਲੇ ਦਾ ਬੰਦਾ ਉਹਦੇ ਬਹਿ ਗਈ, ਉਹ ਸੂਰੇ ਵਾਲੇ ਬੰਦਾ ਉਹ ਵੀ ਇੱਥੋਂ ਉਹਦੀ ਰਵਾਨਾ ਕਰਤਾ ਉਹਨੂੰ, ਫਿਰ ਹੁਣ ਆਪਦੇ ਬੱਚੇ ਲੈ ਕੇ ਫਿਰੋਜ਼ਪੁਰ ਚਲੀ ਗਈ ਆ। ਇੱਥੇ ਜਦੋਂ ਦੀ ਕਾਰਵਾਈ ਹੋਈ ਆ ਉਦੋਂ ਬਾਅਦ ਪਤਾ ਨਹੀਂ ਉਹ ਫਿਰੋਜ਼ਪੁਰ ਹੈ, ਪਤਾ ਨਹੀਂ ਕਿੱਥੇ ਆ। ਹੋ ਸਕਦਾ ਵੀ ਇਹਨਾਂ ਨਾਲ ਕੋਈ ਫੋਨ ਤੇ ਤਾਲਮੇਲ ਹੁੰਦਾ ਹੋਵੇ। ਤਾਂ ਇਹ ਤੀਰਥ ਸਿੰਘ ਦੇ ਜਵਾਈ ਸਾਡੇ ਨਾਲ ਨੇ, ਕੁਝ ਮਾਮਲੇ ਦੀ ਜਾਣਕਾਰੀ ਇਹਨਾਂ ਤੋਂ ਲਵਾਂਗੇ। ਵੀਰ, ਕਿੱਥੇ ਰਾਣੀ ਦਾ ਜਿਹੜਾ ਨਾਮ ਸਾਹਮਣੇ ਆ ਰਿਹਾ, ਕਿੱਥੇ ਰਹਿੰਦੇ ਨੇ, ਕੀ ਉਹਨਾਂ ਦਾ ਕੰਮ ਹੈ, ਕੁਝ ਸਮਝ ਲੱਗ ਸਕਿਆ ਤੁਹਾਨੂੰ? ਵੀਰ ਜੀ BSF ਕਲੋਨੀ ਹੈ ਨਾ ਜਿਹੜੀ ਆਪਣੀ ਫਿਰੋਜ਼ਪੁਰ, ਉੱਥੇ ਕਰਕੇ ਇਹਨਾਂ ਦਾ ਘਰ ਹੈ, ਬਿਲਕੁਲ ਗੇਟ ਦੇ ਸਾਹਮਣੇ। ਉੱਥੇ ਰਹਿੰਦੇ ਨੇ ਸਾਰੇ ਪਰਿਵਾਰ। ਮੈਂ ਰੋਜ਼ ਮੇਰਾ ਆਣਾ ਜਾਣਾ ਉੱਤੇ, ਮੇਰਾ ਘਰ ਉੱਤੇ, ਤੇ ਮੈਂ ਉਹਨਾਂ ਨੂੰ ਰੋਜ਼ ਹੀ ਦੇਖਦਾ ਉਹਨਾਂ ਨੂੰ। ਤੇ ਡੈਡੀ ਉਹਨਾਂ ਨੂੰ ਮੈਂ ਦੱਸਦਾ ਹੁੰਦਾ ਤੇ ਉਹ ਬੇਗੌਰੀ ਜੀ ਜਨਾਨੀ ਕਰ ਦਿੰਦੀ ਹੈ। ਤੇ ਉਹਨਾਂ ਨੂੰ 2-3 ਵਾਰੀ ਮੈਂ ਮਿਲਿਆ ਵੀ, ਉਹਨਾਂ ਨੂੰ ਕਿਹਾ ਵੀ ਹੈ ਮੈਂ ਕਿ ਸਾਡੇ ਨਾਲ ਚੱਲੋ, ਤੇ ਗੱਲ ਪੈਸੇ ਦੀ ਆ ਜਾਂਦੀ। ਭਾਜੀ ਇੰਨਾ ਪੈਸਾ ਨਹੀਂ ਹੈਗਾ ਡੈਡੀ ਉਹਨਾਂ ਕੋਲੇ ਵੀ। ਰਾਣੀ ਦੇ ਵੱਲੋਂ ਹੀ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ? ਰਾਣੀ ਦੇ ਵੱਲੋਂ ਵੀ ਡਿਮਾਂਡ ਸੀਗੀ 10,000 ਰੁਪਏ ਉਹਨਾਂ ਨੇ ਪਹਿਲਾਂ ਲਿਆ ਸਾਡੇ ਕੋਲੋਂ, 10 ਬਾਅਦ ਚ ਲਿਆ। ਉਹਨੇ 20,000 ਰੁਪਏ ਸਾਡੇ ਤੋਂ ਲੈ ਚੁੱਕੀ ਉਹ, ਕਿ ਮੈਂ ਜਾਵਾਂਗੀ, ਮੈਂ ਲੈ ਕੇ ਆ ਜਾਵਾਂਗੀ। ਹਜੇ ਤੱਕ ਕੋਈ ਵੀ ਉਹਨਾਂ ਵੱਲੋਂ ਜਵਾਬ ਨਹੀਂ ਮਿਲ ਸਕਿਆ ਸਾਨੂੰ। ਤੇ ਰਾਣੀ ਦਾ ਕੰਮ ਕੀ ਹੈ? ਕੀ ਉਹ ਇਸ ਤਰ੍ਹਾਂ ਦੀ ਗਰੋਹ ਦੇ ਨਾਲ ਕਿਸੇ ਨਾਲ ਜੁੜੇ ਹੋਏ ਨਹੀਂ, ਜਾਂ ਫਿਰ ਇਸੇ ਮਸਲੇ ਦੇ ਵਿੱਚ ਹੈਗੇ ਨੇ? ਜਨਾਨੀ ਹੈ ਹੀ ਬਲ ਚੱਲਣ ਹੈ ਭਾਜੀ, ਜਨਾਨੀ ਹੈ ਹੀ ਇਦਾਂ ਦੀ ਹੈ। ਉਹਦਾ ਕੰਮ ਹੀ ਹੈ ਜਨਾਨੀ ਨੂੰ ਲੈ ਜਾਣਾ, ਗੁੰਗਰਾ ਕਰਕੇ ਉੱਥੇ ਜਾ ਕੇ ਵੇਚ ਦੇਣਾ। 2 ਲੱਖ ਲੈ ਲਿਆ, 3 ਲੱਖ ਲੈ ਲਿਆ, ਉਹਦਾ ਕੰਮ ਹੀ ਇਹ ਹੈ ਜਨਾਨੀ ਦਾ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਚੁੱਕੀਆਂ ਨੇ? ਪਹਿਲਾਂ ਦੀਆਂ ਵੀ ਹੋਈਆਂ ਹੀ ਆ। ਡੈਡੀ ਉਹਨਾਂ ਤੋਂ ਤੁਸੀਂ ਪੁੱਛਿਆ, ਉਹਨਾਂ ਨੇ ਦੱਸਿਆ ਤੁਹਾਨੂੰ ਹੋਈਆਂ ਨੇ ਇਦਾਂ ਦੀਆਂ। ਉਹ ਵੀ ਰਾਣੀ ਉਹਦੇ ਚ ਇਨਵੋਲਵ ਸੀ? ਹਾਂਜੀ, ਉਹੀ ਕਰਦੀ ਹੈ ਸਾਰਾ ਕੁਝ। ਕਿਉਂਕਿ ਇਹਦੇ ਨਾਲ ਇੱਕ ਬੰਦਾ ਹੋਰ ਵੀ ਹੈ, ਪੁਲਿਸ ਵਾਲਾ ਵੀ। ਉਹ ਬੰਦਾ ਮੈਨੂੰ ਨਾਮ ਨਹੀਂ ਚੇਤਾ ਆ ਰਿਹਾ ਕਿਹੜੀ ਬਸਤੀ ਹੈ, ਪੱਟੀਆਂ ਵਾਲੀ ਬਸਤੀ ਕਰਕੇ ਨਾਮ ਹੈ। ਉੱਥੋਂ ਦਾ ਇੱਕ ਬੰਦਾ, ਉਹ ਪੁਲਿਸ ਵਾਲਾ ਹੈ, ਉਹ ਨਾਲ ਜਾਂਦਾ, ਅਵਤਾਰ ਸਿੰਘ ਹੈ ਉਹਦਾ ਨਾਂ। ਰਾਣੀ ਤੋਂ ਇਹ ਸਾਰੀ ਡਿਟੇਲ ਲਈ ਸੀਗੀ। ਰਾਣੀ ਕਹਿੰਦੀ ਮੈਂ ਉਹਨੂੰ ਵੀ ਨਾਲ ਲੈ ਕੇ ਚੱਲਾਂਗੀ ਤੇ ਮੈਂ ਆਪ ਵੀ ਚੱਲਾਂਗੀ ਤੁਹਾਡੇ ਨਾਲ, ਸਾਨੂੰ ਪੈਸੇ ਦੇ ਦਿਓ। ਇਹਨੇ 15,000 ਰੁਪਇਆ ਸਾਡੇ ਤੋਂ ਲਿਆ, 5,000 ਸਾਡੇ ਤੋਂ ਬਾਅਦ ਚ ਲਿਆ ਇਹਨੇ, 20,000 ਅਸੀਂ ਦੇ ਚੁੱਕੇ ਇਹਨੂੰ ਜੀ। ਤਾਂ ਬਿਲਕੁਲ, ਤਾਂ ਇਹ ਮਸਲਾ ਹੈ ਰਾਣੀ ਦਾ। ਤਾਂ ਹੋ ਸਕਦਾ ਹੈ ਉਸ ਦੇ ਰਿਲੇਸ਼ਨ ਵੀ ਕਿਤੇ ਅਫੀਸ਼ੀਅਲਸ ਦੇ ਨਾਲ ਵੀ ਜਾਂ ਪ੍ਰਸ਼ਾਸਨ ਦੇ ਨਾਲ ਵੀ ਕਿਤੇ ਨਾ ਕਿਤੇ ਜੁੜਦੇ ਹੋਣ, ਕਿਉਂਕਿ ਮਿਲੀ ਭੁਗਤ ਤੋਂ ਬਗੈਰ ਕੋਈ ਵੀ ਗੈਰ ਕਾਨੂੰਨੀ ਧੰਦਾ ਨਹੀਂ ਹੁੰਦਾ। ਇਸ ਮਸਲੇ ਦੇ ਵਿੱਚ ਵੀ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਪਰਿਵਾਰ ਦੇ ਟੱਚ ਦੇ ਵਿੱਚ ਰਹੀਏ। ਤਾਂ ਹਰ ਇੱਕ ਜਿਹੜਾ ਪਹਿਲੂ ਆ ਉਸ ਨੂੰ ਧਿਆਨ ਨਾਲ ਦੇਖ ਕੇ ਜਿਹੜੀ ਸੱਚਾਈ ਆ ਉਹ ਤੁਹਾਡੇ ਤੱਕ ਵੀ ਲੈ ਕੇ ਆਵਾਂਗੇ। ਤੇ ਇੱਧਰ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਪਰਿਵਾਰ ਦੇ ਨਾਲ ਖੜੇ ਰਹਾਂਗੇ। ਧੰਨਵਾਦ ਜੀ।